ਅੱਜ ਦੀ ਪੰਜਾਬੀ ਵੀਡੀਓ ਵਿੱਚ ਮੈਂ ਤੁਹਾਡੇ ਲਈ ਕੁਝ ਮਜ਼ੀਦ ਅਖਾਣ ਲੈ ਕੇ ਆਇਆ। ਸਾਡੇ ਪੰਜਾਬ ਦੇ ਵਿੱਚ ਬੜੇ ਅਖਾਣ ਬੋਲੇ ਜਾਂਦੇ ਨੇ। ਸਾਡੇ ਬਜ਼ੁਰਗ ਜਿਹੜੇ ਨੇ ਉਹਨਾਂ ਦੇ ਕੋਲ ਅਸੀਂ ਸੁਣਿਆ, ਹੁਣ ਤਾਂ ਅਸੀਂ ਅਖਾਣ ਬੋਲਦੇ ਨਹੀਂ, ਲੇਕਿਨ ਇਹ ਅਖਾਣ ਹਰ ਜ਼ਬਾਨ 'ਚ, ਭਾਵੇਂ ਉਹ ਕਿਹੜੀ ਵੀ ਮੁਲਕ ਦੀ ਬੋਲੀ ਹੋਵੇ, ਉਹਦੇ ਵਿੱਚ ਕਿਤੇ ਨਾ ਕਿਤੇ ਤੁਹਾਨੂੰ ਮਿਲਣਗੇ, ਕਿਉਂਕਿ ਲੋਕ ਇਹਨਾਂ ਅਖਾਣਾਂ ਨਾਲ ਹੀ ਗੱਲ ਕਰਦੇ ਨੇ। ਪੰਜਾਬ ਦਾ ਇੱਕ ਬੜਾ ਮਸ਼ਹੂਰ ਜਿਹਾ ਅਖਾਣ ਹੈ, ਉਜੜੀਆਂ ਬਾਗਾਂ ਦੇ ਗੜ ਪਟਵਾਰੀ। ਯਾਨੀ ਜੇ ਸ਼ਹਿਰ ਦੀ ਮਾਲਕ ਕੋਈ ਨਾ ਹੋਵੇ, ਉਹ ਜਣਾ ਖਣਾ ਉਹ ਮਾਲਕ ਬਣ ਪੈਂਦਾ ਹੈ। ਲਾਇਕ ਫਾਇਕ ਦੇ ਸਿਆਣੇ ਲੋਕਾਂ ਦੇ ਹੱਥ ਵਿੱਚ ਇੰਤਜ਼ਾਮ ਨਾ ਰਵੇ ਤੇ ਨਲਾਇਕ ਤੇ ਕਮੀਨੇ ਲੋਕ ਆਪਣੀ ਚੌਧਰ ਜਗਾਉਣ ਲੱਗ ਪੈਂਦੇ ਨੇ, ਉਹ ਇਸ ਚੀਜ਼ ਦੇ ਮਾਲਕ ਬਣ ਜਾਂਦੇ ਨੇ। ਉਦੋਂ ਹੀ ਪੰਜਾਬੀ ਵਿੱਚ ਇਹ ਅਖਾਣ ਬੋਲਿਆ ਜਾਂਦਾ ਹੈ ਕਿ ਉਜੜਿਆਂ ਬਾਗਾਂ ਦੇ ਗੜ ਪਟਵਾਰੀ। ਇੱਕ ਪੰਜਾਬੀ ਦਾ ਹੋਰ ਬੜਾ ਅਖਾਣ ਹੈ ਜਿਹੜਾ ਅੱਗੇ ਆਮ ਅਸੀਂ ਬੋਲਿਆ ਜਾਂਦਾ ਹੈ, ਸਾਡੇ ਪੰਜਾਬ ਵਿੱਚ ਬੜਾ ਬੋਲਿਆ ਜਾਂਦਾ ਹੈ। ਕੀ ਹੈ? ਉਦਲ ਗਈਆਂ ਨੂੰ ਦਾਜ ਗਿਆ। ਮਤਲਬ ਇਹ ਹੈ ਕਿ ਜਿਹੜੀਆਂ ਕੁੜੀਆਂ ਮਾਂ ਪਿਓ ਦੀ ਇੱਜ਼ਤ ਨੂੰ ਲੀਕ ਲਾ ਕੇ ਆਸ਼ਕਾਂ ਨਾਲ ਘਰੋਂ ਨਿਕਲ ਜਾਂਦੀਆਂ ਨੇ, ਉਹ ਫਿਰ ਮਾਪਿਆਂ ਕੋਲ ਦਾਜ ਤੋਂ ਜਵੱਕੋ ਨਹੀਂ ਰੱਖ ਸਕਦੀਆਂ। ਜਿਹੜੇ ਲੋਕ ਹਰਾਮ ਤਰੀਕੇ ਨਾਲ ਮਾਲ ਇਕੱਠਾ ਕਰਕੇ ਕੋਟੀਆਂ ਕਾਰਾਂ ਵਾਲੇ ਭਾਵੇਂ ਬਣ ਜਾਣ, ਪਰ ਰੱਬ ਦੀ ਰਹਿਮਤ ਤੇ ਬਰਕਤ ਉਹਨਾਂ ਤੇ ਨਹੀਂ ਹੋ ਸਕਦੀ, ਕਿਉਂਕਿ ਉਹਨਾਂ ਨਾਲ ਕਮਾਉਣ ਦੇ ਜਾਇਜ਼ ਤੇ ਹਲਾਲ ਤਰੀਕਿਆਂ ਨੂੰ ਵੱਲੋਂ ਮੁੱਖ ਮੋੜ ਲਿਆ ਸੀ। ਫਿਰ ਰੱਬ ਉਹਨਾਂ ਉੱਤੇ ਕਿਵੇਂ ਰਾਜ਼ੀ ਹੋਵੇ। ਸੱਚ ਆਖਿਆ ਸਿਆਣਿਆਂ ਨੇ, ਉਦਲ ਗਈਆਂ ਨੂੰ ਦਾਜ ਕਿਹਾ। ਇਸੇ ਤਰ੍ਹਾਂ ਇੱਕ ਹੋਰ ਅਖਾਣ ਹੈ ਪੰਜਾਬੀ ਦਾ, ਅੰਦਰ ਹੋਵੇ ਸੱਚ ਤੇ ਬਾਹਰ ਖਲੋ ਕੇ ਨੱਚ। ਜੇ ਤੁਹਾਡੇ ਅੰਦਰ ਸੱਚਾਈ ਹੋਵੇ ਤੇ ਫਿਰ ਭਾਵੇਂ ਉੱਚੀ ਆਵਾਜ਼ ਨਾਲ ਦੁਹਾਈ ਪਾਓ, ਤੁਹਾਨੂੰ ਹੱਕ ਪਹੁੰਚਦਾ ਹੈ। ਜੇ ਬੰਦਾ ਆਪ ਠੀਕ ਰਸਤੇ ਉੱਤੇ ਹੋਵੇ ਤੇ ਫਿਰ ਉਸ ਨੂੰ ਡਰਨਾ ਝੁਕਣਾ ਨਹੀਂ ਚਾਹੀਦਾ। ਉਹ ਬੜਾ ਖਿਆਲ ਜਾਂ ਆਪਣੇ ਰਾਹੀਂ ਬੜੇ ਜ਼ੋਰ ਨਾਲ ਪੇਸ਼ ਕਰੇ, ਕਿਉਂਕਿ ਜਿੰਦੀ ਗੱਲ ਵਿੱਚ ਖੋਟ ਹੋਵੇ ਉਹ ਉੱਚੀ ਆਵਾਜ਼ ਨਾਲ ਗੱਲ ਕਰਾ ਹੀ ਨਹੀਂ ਸਕਦਾ। ਇਸ ਲਈ ਸਿਆਣੇ ਕਹਿੰਦੇ ਨੇ ਕਿ ਅੰਦਰ ਹੋਵੇ ਸੱਚ ਤੇ ਬਾਹਰ ਖਲੋ ਕੇ ਨੱਚ। ਇੱਕ ਹੋਰ ਪੰਜਾਬੀ ਦਾ ਅਖਾਣ ਹੈ, ਬੱਦੀ ਮੁੱਠ ਲੱਖ ਬਰਾਬਰ। ਬੱਦੀ ਮੁੱਠ ਲੱਖ ਬਰਾਬਰ। ਇਤਫਾਕ ਵਿੱਚ ਬੜੀ ਬਰਕਤ ਹੁੰਦੀ ਹੈ। ਅਗਰ ਭਰਾਵਾਂ ਵਿੱਚ ਸੁਲ੍ਹਾ ਜਾਂ ਦੇਸ਼ ਦੇ ਲੋਕਾਂ ਵਿੱਚ ਇਤਫਾਕ ਰਵੇ ਤੇ ਇਹਦਾ ਦੁਸ਼ਮਣਾਂ ਉੱਤੇ ਬੜਾ ਰੋਬ ਰਹਿੰਦਾ ਹੈ, ਉਹ ਛੱਡਣ ਦੀ ਜੁਰਤ ਹੀ ਨਹੀਂ ਕਰ ਸਕਦੇ। ਸਿਆਣੇ ਇਸ ਲਈ ਕਹਿੰਦੇ ਨੇ ਕਿ ਬੱਦੀ ਮੁੱਠ ਲੱਖ ਬਰਾਬਰ। ਇੱਕ ਹੋਰ ਪੰਜਾਬੀ ਦਾ ਅਖਾਣ ਹੈ, ਮੈਂ ਦੱਸਾਂ ਤੁਹਾਨੂੰ, ਸਾਡੇ ਪੰਜਾਬ ਵਿੱਚ ਇਹ ਵੀ ਬੜਾ ਬੋਲਿਆ ਜਾਂਦਾ ਹੈ ਕਿ ਬੁਰੇ ਨੂੰ ਨਾ ਮਾਰੀਏ, ਬੁਰੇ ਦੀ ਮਾਂ ਨੂੰ ਮਾਰੀਏ। ਕਿਸੇ ਵੀ ਬੁਰਾਈ ਦੇ ਖਿਲਾਫ ਕਦਮ ਚੁੱਕਣ ਤੋਂ ਪਹਿਲਾਂ ਬੁਰਾਈ ਦੀ ਅਸਲ ਵਜ੍ਹਾ ਤੇ ਬੁਨਿਆਦ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਕਿਉਂਕਿ ਜਦੋਂ ਤੱਕ ਅਸਲ ਵਜ੍ਹਾ ਮੌਜੂਦ ਰਹੇਗੀ, ਉਦੋਂ ਤੱਕ ਬੁਰਾਈ ਨੂੰ ਮੁਕੰਮਲ ਤੇ ਮੁਕਾਇਆ ਨਹੀਂ ਜਾ ਸਕਦਾ। ਚੋਰੀ ਡਾਕੇ ਰੋਕਣ ਲਈ ਨਿਤ ਨਵੇਂ ਕਾਨੂੰਨ ਬਣਾਉਣ ਦੀ ਥਾਂ ਮੁਆਸ਼ੀ ਇਨਸਾਫ ਕਾਇਮ ਕਰਨਾ ਚਾਹੀਦਾ ਹੈ। ਬੁਰਾਈ ਦੀ ਜੜ ਵੱਢੋਗੇ ਤੇ ਬੁਰਾਈ ਵਧਣ ਫਸਲਣ ਨਹੀਂ ਲੱਗੀ। ਇਸ ਲਈ ਸਿਆਣੇ ਸਹੀ ਕਹਿੰਦੇ ਨੇ ਕਿ ਬੁਰੇ ਨੂੰ ਨਾ ਮਾਰੀਏ, ਬੁਰੇ ਦੀ ਮਾਂ ਨੂੰ ਮਾਰੀਏ। ਕਿਉਂਕਿ ਮੈਂ ਅੱਜ ਬੈਠਾ ਸਾਂ ਆਪਣੀ ਦਾਦੀ ਕੋਲ ਤੇ ਬੜੇ ਅਖਾਣ ਸੁਣੇ ਨੇ ਉਹਦੇ ਕੋਲੋਂ, ਪੰਜਾਬੀ ਦੇ ਬੜੇ ਪੁਰਾਣੇ। ਤੇ ਇੱਕ ਅਖਾਣ ਜਿਹੜਾ ਪੰਜਾਬ ਦੇ ਵਿੱਚ ਬੋਲਿਆ ਜਾਂਦਾ, ਉਹ ਹੀ ਉਹਨੇ ਸੁਣਾਇਆ ਕਿ ਬਲਦਾਂ ਬਾਝ ਖੂਨ ਨਹੀਂ ਗਿਰਦੇ। ਹਰ ਕੰਮ ਲਈ ਮੁਨਾਸਬ ਸਮਝ ਤੇ ਤਾਕਤ ਹੋਣੀ ਜ਼ਰੂਰੀ ਹੁੰਦੀ ਹੈ, ਜਿਵੇਂ ਖੂਹ ਬਗੈਰ ਡੱਗਿਆਂ ਨਹੀਂ ਗਿਰਦੇ ਜਾ ਸਕਦੇ। ਇਹ ਅਖਾਣ ਉਦੋਂ ਬੋਲੇ ਜਾਂਦੇ ਨੇ ਜਦੋਂ ਦੱਸਣਾ ਹੋਵੇ ਕਿ ਫਲਾਣਾ ਕੰਮ ਫਲਾਣੇ ਬੰਦੇ ਨੂੰ ਹੀ ਕਰਨਾ ਚਾਹੀਦਾ ਹੈ, ਕਿਉਂਕਿ ਉਹ ਉਹਨੂੰ ਕਰਨ ਲਈ ਪੂਰੀ ਸਮਝ ਤੇ ਹਿੰਮਤ ਰੱਖਦਾ ਹੈ। ਹਰ ਕੋਈ ਉਸ ਕੰਮ ਨੂੰ ਹੱਥ ਨਹੀਂ ਪਾ ਸਕਦਾ। ਇਸ ਵਾਸਤੇ ਸਿਆਣੇ ਕਹਿੰਦੇ ਨੇ ਕਿ ਬਲਦਾਂ ਬਾਝ ਖੂਨ ਨਹੀਂ ਗਿਰਦੇ। ਬਹੁਤ ਸ਼ੁਕਰੀਆ ਜੀ। ਇਹ ਪੰਜਾਬੀ ਦੀ ਅਖਾਣ ਸਨ ਕੁਝ, ਤੇ ਮੈਨੂੰ ਉਮੀਦ ਹੈ ਕਿ ਅਖਾਣ ਸੁਣ ਕੇ ਤੁਹਾਨੂੰ ਪੰਜਾਬ ਦੀ ਜਾਂ ਤੁਹਾਨੂੰ ਪੰਜਾਬੀ ਜ਼ਬਾਨ ਦੀ ਬੜੀ ਕਦਰ ਹੋਵੇਗੀ, ਤਾਂ ਤੁਹਾਡੀਆਂ ਪੁਰਾਣੀਆਂ ਯਾਦਾਂ ਤਾਜ਼ਾ ਹੋ ਜਾਣੀਆਂ। ਅਗਰ ਤੁਸੀਂ ਆਪਣੇ ਬਜ਼ੁਰਗਾਂ ਦੇ ਕੋਲ ਬੈਠੇ ਹੋ, ਨਾਨੀ ਦਾਦੀ ਜਾਂ ਕਿਸੇ ਕੋਲ ਬਜ਼ੁਰਗ ਕੋਲ, ਤਾਂ ਉਹਨਾਂ ਨੂੰ ਸੁਣਾਓ। ਮੈਨੂੰ ਉਮੀਦ ਹੈ ਕਿ ਉਹ ਵੀ ਇਹਨੂੰ ਬੜਾ ਇੰਜੋਏ ਕਰਨਗੇ। ਬਹੁਤ ਸ਼ੁਕਰੀਆ।